ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ 27 28 29 3 ਦਿਨ ਲਈ ਇਹ ਹੜਤਾਲ ਕੀਤੀ ਜਾਊਗੀ ਤੇ ਹੁਣ ਕਿਉਂ ਇਹਨੂੰ ਪੋਸਟਪੋਨ ਕੀਤਾ? ਸਾਨੂੰ ਅੱਜ 2-3 ਦਿਨ ਸਮਾਂ ਬੀਤ ਜਾਣ ਦੇ ਬਾਵਜੂਦ ਸਾਡੀ ਮੈਨੇਜਮੈਂਟ ਨਾਲ ਗੱਲਬਾਤ ਚੱਲ ਰਹੀ ਸੀ ਲਗਾਤਾਰ, ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਛੁੱਟੀਆਂ ਆਉਣ ਕਾਰਨ ਵਿੱਚ ਜਿਹੜਾ ਕੰਮ ਆ ਉਹ ਪ੍ਰੋਸੈਸ ਅਧੀਨ ਆ, ਸੋ ਜਲਦੀ 1-2 ਦਿਨਾਂ ਦੇ ਵਿੱਚ ਤੁਹਾਡੀਆਂ ਫਾਈਲਾਂ ਕੱਢੀਆਂ ਜਾਣਗੀਆਂ। ਤੇ ਸਾਡੀ ਮੰਗ ਸੀ ਵੀ ਆਊਟਸੋਰਸ ਤੇ ਜਿਹੜੀ ਭਰਤੀ ਆ ਉਹ ਤੁਰੰਤ ਬੰਦ ਕੀਤੀ ਜਾਵੇ, ਕੰਟਰੈਕਟ ਤੇ ਜਾਂ ਰੈਗੂਲਰ ਭਰਤੀ ਕੀਤੀ ਜਾਵੇ। ਜਿਹੜੀ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਸਰਕਾਰ ਲੈ ਕੇ ਆ ਰਹੀ ਆ ਉਹਨੂੰ ਰੱਦ ਕਰਕੇ ਤੇ ਵਿਭਾਗ ਦੀਆਂ ਆਪਣੀਆਂ ਬੱਸਾਂ ਪਾਈਆਂ। ਕਦੇ ਉਹ ਪੱਕੇ ਹੋਣ ਨੂੰ 5 ਸਾਲਾਂ 'ਚ ਪਾ ਦਿੰਦੇ ਆ ਕਿ 10 ਸਾਲ 'ਚ ਪਾ ਦਿੰਦੇ ਨੇ, 3 ਸਾਲ ਵਾਲੇ ਨੂੰ ਸੁਣਨ 'ਚ ਨਹੀਂ ਆਉਂਦੇ ਤੇ ਹੁਣ ਤੁਹਾਨੂੰ ਉਹ 1 ਹਫ਼ਤਾ ਮੰਗ ਰਹੇ ਆ। ਉਮੀਦ ਲੱਗਦੀ ਹੈ ਸਰਕਾਰ ਕੋਲੋਂ ਕੁਝ? ਉਮੀਦ ਦੇ ਨਾਲ ਪਿਛਲੀਆਂ ਸਰਕਾਰਾਂ ਨੇ ਵੀ ਇਦਾਂ ਹੀ ਸਮਾਂ ਟਪਾਇਆ, ਪਰ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਦਬਾ ਕੇ ਉਮਾ ਦੇਵੀ ਦੀ ਜੱਜਮੈਂਟ ਦਾ ਬਹਾਨਾ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸਾਡਾ ਜਿਹੜਾ ਡਰਾਈਵਰ ਆ ਉਹ 45 ਸਾਲ ਦੀ ਉਮਰ ਦੇ ਵਿੱਚ ਭਰਤੀ ਹੁੰਦਾ, 10 ਸਾਲਾਂ ਨੂੰ ਉਹਨਾਂ ਨੂੰ 55 ਸਾਲ ਹੋ ਜਾਂਦੇ ਆ। 55 ਸਾਲ ਤੋਂ ਬਾਅਦ ਉਹਨੂੰ ਰੈਗੂਲਰ ਕਰਨ ਤੋਂ ਬਾਅਦ 3 ਸਾਲ ਉਹਨੂੰ ਬੇਸਿਕ ਪੇ ਦੇਣੀ ਆ, ਬੇਸਿਕ ਪੇ ਦੇ ਕੇ 58 ਸਾਲ 'ਚ ਉਹਨੂੰ ਰਿਟਾਇਰਮੈਂਟ ਕਰ ਦੇਣਾ। ਉਹ ਰੈਗੂਲਰ ਹੋਇਆ ਨਾ ਹੋਇਆ ਇੱਕ ਬਰਾਬਰ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਅਸ਼ਕ। ਪਨਬਸ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਜਿਹੜੀ ਹੜਤਾਲ ਕੀਤੀ ਜਾਣੀ ਸੀ, 3 ਰੋਜ਼ਾ ਹੜਤਾਲ ਸੀਗੀ ਜਿਹੜੀ ਕੱਲ ਤੋਂ ਸ਼ੁਰੂ ਸੀ, ਪਰ ਉਹ ਹੜਤਾਲ ਹੁਣ ਨਹੀਂ ਹੋ ਰਹੀ ਹੈ। ਉਸ ਉੱਤੇ ਰੋਕ ਲਾ ਦਿੱਤੀ ਗਈ ਹੈ, ਜਾਂ ਕਹਿ ਦਈਏ ਕਿ ਇਹਨਾਂ ਵੱਲੋਂ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ। ਕਿਉਂ ਪੋਸਟਪੋਨ ਕੀਤਾ ਗਿਆ ਹੈ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਹੜਤਾਲ ਕੀਤੀ ਜਾਣੀ ਸੀ, ਉੱਤੇ ਚਰਚਾ ਕਰ ਲੈਂਦੇ ਹਾਂ। ਸਾਡੇ ਨਾਲ ਮੌਜੂਦ ਨੇ ਸ਼ਮਸ਼ੇਰ ਸਿੰਘ ਜੀ, ਜਨਰਲ ਸੈਕਟਰੀ ਨੇ, ਸੂਬਾਈ ਜਨਰਲ ਸੈਕਟਰੀ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਜਨਰਲ ਸਕੱਤਰ ਹੋ ਇਸ ਜਥੇਬੰਦੀ ਦੇ, ਤੇ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ 27 28 29 3 ਦਿਨ ਲਈ ਇਹ ਹੜਤਾਲ ਕੀਤੀ ਜਾਊਗੀ ਤੇ ਹੁਣ ਕਿਉਂ ਇਹਨੂੰ ਪੋਸਟਪੋਨ ਕੀਤਾ? ਬਿਲਕੁਲ, ਅਸੀਂ ਪਿਛਲੇ ਲੰਬੇ ਸਮੇਂ ਤੋਂ ਆਪਣੇ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ। ਪਿਛਲੇ ਦਿਨੀ ਅਸੀਂ ਜਿਹੜੇ ਪ੍ਰੋਗਰਾਮ ਲਿਖੇ ਸੀਗੇ, ਜਿਹਦੇ 'ਚ 21 ਤਰੀਕ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਜਿਹੜੀ ਸਾਡੀ ਟਰਾਂਸਪੋਰਟ ਦੇ ਸੈਕਟਰੀ ਟਰਾਂਸਪੋਰਟ ਤੇ ਨਾਲ ਪੈਨਲ ਮੀਟਿੰਗ ਹੋਈ ਆ, ਜਿਹਦੇ 'ਚ ਸਾਡੀਆਂ ਮੰਗਾਂ ਸੀ ਉਹਨਾਂ ਤੇ ਜ਼ਿਕਰ ਕੀਤਾ ਗਿਆ। ਸਾਰੀਆਂ ਮੰਗਾਂ ਤੇ ਉਹਨਾਂ ਨੇ ਲਗਭਗ ਡਿਸਕਸ ਕਰਕੇ, ਜਿਵੇਂ ਰੈਗੂਲਰ ਦੀ ਮੰਗ ਨੂੰ ਲੈ ਕੇ ਉਹਨਾਂ ਨੇ ਫਾਈਲ ਕਿਹਾ ਵੀ ਅਸੀਂ ਭੇਜੀ ਹੋਈ ਆ, ਆਊਟਸੋਰਸ ਤੋਂ ਕੰਟਰੈਕਟ ਦੀ ਜਿਹੜੀ ਫਾਈਲ ਭੇਜੀ ਹੋਈ ਆ, ਤੇ ਨਾਲ ਹੀ ਜਿਹੜੇ ਸਾਡੇ ਕੰਡੀਸ਼ਨਾਂ ਲਾ ਕੇ ਕੱਢੇ ਮੁਲਾਜ਼ਮ ਸੀਗੇ ਉਹਨਾਂ ਨੂੰ ਬਹਾਲ ਕਰਨ ਤੇ ਉਹਨਾਂ ਨੇ ਸਹਿਮਤੀ ਦਿੱਤੀ ਸੀ। ਸਾਡੇ ਕੋਲ ਫਾਈਲ ਲਈ ਸੀਗੀ ਤੇ ਉੱਤੇ ਸਮਾਂ ਲਿਆ ਸੀ 2-3 ਦਿਨ ਦੇ ਵਿੱਚ ਅਸੀਂ ਫਾਈਲ ਬਣਾ ਕੇ ਤੇ ਇਹਨਾਂ ਦੀਆਂ ਇਨਕੁਆਇਰੀਆਂ ਲਾ ਕੇ ਬਹਾਲ ਕਰਾਂਗੇ। ਤੇ ਉੱਥੇ ਹੀ ਨਾਲ ਜਿਹੜੇ ਸਾਡੇ ਮੌਤਾਂ ਹੋਈਆਂ ਮੁਲਾਜ਼ਮਾਂ ਦੀਆਂ ਉਹਨਾਂ ਨੂੰ ਨੌਕਰੀ ਦੇਣ ਦੀ ਗੱਲ ਆਈ ਸੀ, ਕੋਰਟ ਕੇਸਾਂ ਵਾਲੇ ਮੁਲਾਜ਼ਮਾਂ ਦੇ ਜਿਹੜੇ ਫੈਸਲੇ ਲਾਗੂ ਕਰਨ ਦੀ ਗੱਲ ਆਈ ਸੀ, ਉਹ ਸਾਰੀਆਂ ਗੱਲਾਂ ਤੇ ਸਹਿਮਤੀ ਦਿੱਤੀ ਸੀ। ਤੇ ਜਿਹੜੀ ਸਾਨੂੰ ਅੱਜ 2-3 ਦਿਨ ਸਮਾਂ ਬੀਤ ਜਾਣ ਦੇ ਬਾਵਜੂਦ ਸਾਡੀ ਮੈਨੇਜਮੈਂਟ ਨਾਲ ਗੱਲਬਾਤ ਚੱਲ ਰਹੀ ਸੀ ਲਗਾਤਾਰ, ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਛੁੱਟੀਆਂ ਆਉਣ ਕਾਰਨ ਵਿੱਚ ਜਿਹੜਾ ਕੰਮ ਆ ਉਹ ਪ੍ਰੋਸੈਸ ਅਧੀਨ ਆ, ਸੋ ਜਲਦੀ 1-2 ਦਿਨਾਂ ਦੇ ਵਿੱਚ ਤੁਹਾਡੀਆਂ ਫਾਈਲਾਂ ਕੱਢੀਆਂ ਜਾਣਗੀਆਂ। ਸੋ ਸਾਨੂੰ ਇਸ ਹਫ਼ਤੇ ਦਾ ਸਮਾਂ ਦਿੱਤਾ ਜਾਵੇ। ਤੇ ਸਾਡੀ ਮੰਗ ਸੀ ਵੀ ਆਊਟਸੋਰਸ ਤੇ ਜਿਹੜੀ ਭਰਤੀ ਆ ਉਹ ਤੁਰੰਤ ਬੰਦ ਕੀਤੀ ਜਾਵੇ, ਕੰਟਰੈਕਟ ਤੇ ਜਾਂ ਰੈਗੂਲਰ ਭਰਤੀ ਕੀਤੀ ਜਾਵੇ। ਤੇ ਜਿਹੜੇ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਸਰਕਾਰ ਲੈ ਕੇ ਆ ਰਹੀ ਆ ਉਹਨੂੰ ਰੱਦ ਕਰਕੇ ਤੇ ਵਿਭਾਗ ਦੀਆਂ ਆਪਣੀਆਂ ਬੱਸਾਂ ਪਾਈਆਂ ਜਾਵੇ। ਸੋ ਇਸ ਕਰਕੇ ਅਸੀਂ ਅੱਜ ਐਮਰਜੈਂਸੀ ਮੀਟਿੰਗ ਬੁਲਾਈ ਸੀ, ਜਿਹਦੇ 'ਚ ਸਾਡੇ ਸਮੂਹ 27 ਡਿਪੂਆਂ ਦੇ ਆਗੂ ਸਾਹਿਬਾਨ ਹਾਜ਼ਰ ਸੀਗੇ, ਜਿਹਦੇ 'ਚ ਅਸੀਂ ਉਹਨਾਂ ਮੰਗਾਂ ਨੂੰ ਸਮਾਂ ਦਿੰਦੇ ਹੋਏ ਹੜਤਾਲ ਨੂੰ ਪੋਸਟਪੋਨ ਕੀਤਾ। ਤੇ ਨਾਲ ਹੀ ਅਸੀਂ ਚੇਤਾਵਨੀ ਦਿੱਤੀ ਆ ਮੈਨੇਜਮੈਂਟ ਨੂੰ, ਸਰਕਾਰ ਨੂੰ, ਵੀ ਜੇਕਰ ਆਊਟਸੋਰਸ ਤੇ ਭਰਤੀ ਲੈ ਕੇ ਆਏ ਜਾਂ ਕਿਲੋਮੀਟਰਾਂ ਦਾ ਟੈਂਡਰ ਲੈ ਕੇ ਆਏ ਤੇ ਤੁਰੰਤ ਅਸੀਂ ਬੰਦ ਕਰਕੇ ਤੇ ਰੋਸ ਪ੍ਰਦਰਸ਼ਨ ਕਰਾਂਗੇ। ਅਤੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ, ਲੰਬੇ ਸਮੇਂ ਤੁਸੀਂ ਬਾਰ-ਬਾਰ ਸਰਕਾਰ ਕੋਲ ਪੱਕੇ ਹੋਣ ਦੀ ਜਿਹੜੀ ਮੰਗ ਕਰ ਰਹੇ ਹੋ। ਕਦੇ ਉਹ ਪੱਕੇ ਹੋਣ ਨੂੰ 5 ਸਾਲਾਂ 'ਚ ਪਾ ਦਿੰਦੇ ਆ ਕਿ 10 ਸਾਲ 'ਚ ਪਾ ਦਿੰਦੇ ਨੇ, 3 ਸਾਲ ਵਾਲੇ ਨੂੰ ਸੁਣਨ 'ਚ ਨਹੀਂ ਆਉਂਦੇ ਤੇ ਹੁਣ ਤੁਹਾਨੂੰ ਉਹ 1 ਹਫ਼ਤਾ ਮੰਗ ਰਹੇ ਆ। ਉਮੀਦ ਲੱਗਦੀ ਹੈ ਸਰਕਾਰ ਕੋਲੋਂ ਕੁਝ ਕਰਨ? ਬਿਲਕੁਲ, ਉਮੀਦ ਦੇ ਨਾਲ ਪਿਛਲੀਆਂ ਸਰਕਾਰਾਂ ਨੇ ਵੀ ਇਦਾਂ ਹੀ ਸਮਾਂ ਟਪਾਇਆ, ਕਿਉਂਕਿ ਹੁਣ ਵੀ ਸਰਕਾਰ ਨਵੀਂ ਆਈ ਆ ਤੇ ਸਰਕਾਰ ਵੱਲੋਂ ਸਮਾਂ ਟਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਆ। ਅਸੀਂ ਪਿਛਲੇ ਸਮੇਂ ਵੀ ਤੇ ਇਸ ਸਮੇਂ ਵੀ ਸਰਕਾਰ ਨੂੰ ਵੱਖ-ਵੱਖ ਵਿਭਾਗਾਂ ਦੇ ਪ੍ਰੂਫ ਦਿੰਦੇ ਆ ਰਹੇ ਹਾਂ ਕਿ ਇਹਨਾਂ ਵਿਭਾਗਾਂ ਦੇ ਵਿੱਚ 3 ਸਾਲ ਵਾਲੇ, 5 ਸਾਲ ਵਾਲੇ, 7 ਸਾਲ ਵਾਲੇ ਕੋਈ ਮਤਲਬ ਸਾਥੀ ਜਿਹੜੇ ਕੰਟਰੈਕਟ ਵਾਲੇ ਉਹ ਰੈਗੂਲਰ ਕੀਤੇ ਆ ਤੇ ਆਊਟਸੋਰਸ ਤੋਂ ਕੰਟਰੈਕਟ ਤੇ ਵੀ ਕੀਤੇ ਆ। ਪਰ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਦਬਾ ਕੇ ਉਮਾ ਦੇਵੀ ਦੀ ਜੱਜਮੈਂਟ ਦਾ ਬਹਾਨਾ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਸ ਕਰਕੇ ਸਾਨੂੰ ਵਾਰ-ਵਾਰ ਸੰਘਰਸ਼ਾਂ 'ਤੇ ਉਤਰਨਾ ਪੈਂਦਾ। ਕਿਉਂਕਿ ਸਰਕਾਰ ਜਿਵੇਂ ਕਹਿੰਦੀ ਆ ਵੀ ਉਮਾ ਦੇਵੀ ਦੀ ਜੱਜਮੈਂਟ ਮੁਤਾਬਕ 10 ਸਾਲਾਂ ਬਾਅਦ ਰੈਗੂਲਰ ਕਰਨਾ, ਸਾਡਾ ਜਿਹੜਾ ਡਰਾਈਵਰ ਆ ਉਹ 45 ਸਾਲ ਦੀ ਉਮਰ ਦੇ ਵਿੱਚ ਭਰਤੀ ਹੁੰਦਾ, 10 ਸਾਲਾਂ ਨੂੰ ਉਹਨਾਂ ਨੂੰ 55 ਸਾਲ ਹੋ ਜਾਂਦੇ ਆ। 55 ਸਾਲ ਤੋਂ ਬਾਅਦ ਉਹਨੂੰ ਰੈਗੂਲਰ ਕਰਨ ਤੋਂ ਬਾਅਦ 3 ਸਾਲ ਉਹਨੂੰ ਬੇਸਿਕ ਪੇ ਦੇਣੀ ਆ, ਬੇਸਿਕ ਪੇ ਦੇ ਕੇ 58 ਸਾਲ 'ਚ ਉਹਨੂੰ ਰਿਟਾਇਰਮੈਂਟ ਕਰ ਦੇਣਾ। ਉਹ ਰੈਗੂਲਰ ਹੋਇਆ ਨਾ ਹੋਇਆ ਇੱਕ ਬਰਾਬਰ ਆ, ਠੀਕ ਹੈ ਨਾ। ਇਸ ਕਰਕੇ ਉਹਦੇ ਨਾਲ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ। ਉਹਨੇ ਆਪਣੇ ਜਿਹੜੀ ਅਸਲੀ ਆਪਣੀ ਏਜ ਆ ਉਹ ਵਿਭਾਗ ਦੇ ਲੇਖੇ ਲਾਤੀ ਆ, ਤੇ ਇਸ ਕਰਕੇ ਅਸੀਂ ਸਰਕਾਰ ਨੂੰ ਵਾਰ-ਵਾਰ ਮੰਗ ਪੱਤਰ, ਵਾਰ-ਵਾਰ ਮੀਟਿੰਗਾਂ ਕਰਕੇ ਇਹੀ ਬੇਨਤੀ ਕਰਦੇ ਆ ਰਹੇ ਕਿ ਸਾਡੇ ਮੁਲਾਜ਼ਮ ਜਿਹੜੀ ਇੱਕ ਫਰੰਟ ਲਾਈਨ ਤੇ ਡਿਊਟੀਆਂ ਕਰਦੇ ਨੇ, ਇਹਨਾਂ ਨੂੰ ਪਹਿਲ ਦੇ ਆਧਾਰ ਤੇ ਰੈਗੂਲਰ ਕੀਤਾ ਜਾਵੇ ਤੇ ਲੋਕਾਂ ਨੂੰ ਜਿਹੜੀ ਸਰਵਿਸ ਆ ਉਹ ਨਿਰਵਿਘਨ ਦਿੱਤੀ ਜਾਵੇ। ਇੱਕ ਪ੍ਰੋਸੈਸ ਬਣਾਇਆ ਜਾਵੇ ਤਾਂ ਕਿ ਮੁਲਾਜ਼ਮ ਨੂੰ ਪਤਾ ਹੋਵੇ ਕਿ ਮੈਂ 3 ਸਾਲ ਬਾਅਦ 5 ਸਾਲ ਬਾਅਦ ਰੈਗੂਲਰ ਹੋ ਜਾਣਾ। ਉਹ ਆਪਣੀ ਜਿਹੜੀ ਡਿਊਟੀ ਆ ਉਹ ਤਨਦੇਹੀ ਨਾਲ ਕਰੂਗਾ ਔਰ ਵਿਭਾਗ ਨੂੰ ਮੁਨਾਫੇ 'ਚ ਲਿਆਉਣ ਲਈ ਦਿਨ ਰਾਤ ਇੱਕ ਕਰਕੇ ਆਪਣੀ ਡਿਊਟੀ ਕਰੂਗਾ। ਠੀਕ ਆ, ਤੁਸੀਂ ਵਿਭਾਗ ਦੀ ਗੱਲ ਕਰਦੇ ਹੋ ਕਿ ਸਰਕਾਰ ਆ ਜਿਹੜੀ ਉਹ ਸਮਾਂ ਹੀ ਟਪਾ ਰਹੀ ਆ। ਕਿਉਂ ਸਰਕਾਰ ਜਿਹੜੀ ਹੈ ਉਹ ਬੈਕਡੋਰ ਸੁਣਨ 'ਚ ਆਇਆ ਵੀ ਬੈਕਡੋਰ ਐਂਟਰੀਆਂ ਕੀਤੀਆਂ ਜਾ ਰਹੀਆਂ, ਭਰਤੀਆਂ ਕੀਤੀਆਂ ਜਾ ਰਹੀਆਂ, ਕਿਉਂ ਉਹ ਬੈਕਡੋਰ ਐਂਟਰੀਆਂ ਤੇ ਲੱਗੀ? ਕਿਉਂ ਜਿਹੜੇ ਮੁਲਾਜ਼ਮ ਇਸ ਸਮੇਂ 3-3 ਸਾਲ 5-5 ਸਾਲ ਤੋਂ ਨੇ ਉਹਨਾਂ ਨੂੰ ਨਹੀਂ ਪੱਕੇ ਕਰ ਰਹੀ? ਬਿਲਕੁਲ, ਸਰਕਾਰ ਹੁਣ ਅੱਜ ਦੀ ਡੇਟ ਦੇ ਵਿੱਚ ਸਾਡੇ ਵਿਭਾਗ ਦੇ ਵਿੱਚ ਆਊਟਸੋਰਸ ਤੇ ਭਰਤੀ ਲੈ ਆ।
ਜਿਵੇਂ ਪਹਿਲਾਂ ਜਿਹੜੇ ਮੁਲਾਜ਼ਮ ਉਹਨਾਂ ਨੂੰ ਕਹਿੰਦੇ ਤੁਸੀਂ ਬੈਕਡੋਰ ਐਂਟਰੀ ਤੋਂ ਭਰਤੀ ਜੇ ਤੇ ਤੁਹਾਨੂੰ ਰੈਗੂਲਰ ਨਹੀਂ ਕਰ ਸਕਦੇ। ਅੱਜ ਵੀ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦੀ ਉਮਰ 20 22 ਸਾਲ ਹੈ ਉਹ ਕਿਸੇ ਵਿਭਾਗ ਦੇ ਵਿੱਚ ਵੀ ਨੌਕਰੀ ਜੁਆਇਨ ਕਰ ਸਕਦੇ ਆ, ਪਰ ਇੱਧਰ ਆਊਟਸੋਰਸ ਤੇ ਉਹਨਾਂ ਦੀ ਜੁਆਇਨਿੰਗ ਕਰਾ ਕੇ 5 ਸਾਲਾਂ ਨੂੰ 3 ਸਾਲਾਂ ਨੂੰ ਜਦੋਂ ਓਵਰੇਜ ਹੋ ਜਾਣਗੇ ਉਦੋਂ ਉਹਨਾਂ ਨੂੰ ਕਹਿਣਗੇ ਵੀ ਤੁਹਾਡੀ ਜਿਹੜੀ ਇਹ ਪਾਰਦਰਸ਼ੀ ਜਿਹੜੀ ਜੁਆਇਨਿੰਗ ਨਹੀਂਗੀ, ਦੁਬਾਰਾ ਤੋਂ ਤੁਹਾਡੇ ਕੋਲ ਪੇਪਰ ਲਿਆ ਜਾਊਗਾ ਦੁਬਾਰਾ। ਇਸ ਤਰ੍ਹਾਂ ਉਹ ਜਦੋਂ ਪੜ੍ਹਾਈ ਛੱਡ ਦਿੰਦੇ ਆ ਦੁਬਾਰਾ ਪੇਪਰ ਦੇ ਕੇ ਜਾਂ ਪਾਰਦਰਸ਼ੀ ਤਰੀਕੇ ਨਾਲ ਆਉਣ ਵਾਸਤੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਤੇ ਉਹ ਆਟੋਮੈਟਿਕ ਇਸ ਵਿਭਾਗ ਦੇ ਵਿੱਚ ਉਹਨਾਂ ਦਾ ਲਗਾਤਾਰ ਸ਼ੋਸ਼ਣ ਹੁੰਦਾ ਰਹੂਗਾ ਤੇ ਉਹ ਆਪਣੀ ਜਿਹੜੀ ਆ ਉਮਰ ਪੂਰੀ ਕਰਕੇ ਇੱਥੋਂ ਚਲੇ ਜਾਣਗੇ ਤੇ ਪੱਲੇ ਨਾ ਪੈਨਸ਼ਨ ਨਾ ਕੋਈ ਨੌਕਰੀ ਪਾ ਕੇ ਜਾਣਗੇ। ਇਸ ਕਰਕੇ ਜਿਹੜਾ ਕੱਚੇ ਮੁਲਾਜ਼ਮ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਕਈ ਸਾਥੀ ਨੇ ਮੁਲਾਜ਼ਮ ਜਿਨ੍ਹਾਂ ਦੀਆਂ ਮੌਤਾਂ ਤੱਕ ਹੋ ਗਈਆਂ, ਉਹਨਾਂ ਦਾ ਪਰਿਵਾਰ ਅੱਜ ਰੁਲਦਾ ਵੇਖਦੇ ਆ, ਬੱਚਿਆਂ ਦੀ ਪੜ੍ਹਾਈ ਰੁਲ ਜਾਂਦੀ ਆ, ਬਜ਼ੁਰਗਾਂ ਦਾ ਬੁਢਾਪਾ ਰੁਲ ਜਾਂਦਾ ਔਰ ਪਰਿਵਾਰ ਰੁਲ ਜਾਂਦਾ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਅੱਜ ਤੱਕ, ਨਾ ਕੋਈ ਪੈਨਸ਼ਨ ਨਾ ਕੋਈ ਨੌਕਰੀ ਪਰਿਵਾਰ ਨੂੰ। ਸੋ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਜਥੇਬੰਦੀ ਵੱਲੋਂ ਸੰਘਰਸ਼ ਦੇ ਰਾਹ ਤੇ ਹਾਂ ਕਿ ਜਿਹੜੇ ਸਾਥੀ ਜਾਂ ਮੁਲਾਜ਼ਮ ਜਿਹੜੇ ਸਾਡੇ ਨੌਕਰੀਆਂ ਕਰ ਰਹੇ ਆ ਉਹਨਾਂ ਨੂੰ ਬਣਦਾ ਇਨਸਾਫ ਦਿੱਤਾ ਜਾਵੇ, ਉਹਨਾਂ ਦੇ ਪਰਿਵਾਰ ਨੂੰ ਇਹੋ ਜਿਹੀ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਜਿਹਨੇ ਇਸ ਵਿਭਾਗ ਦੇ ਵਿੱਚ ਨੌਕਰੀ ਕੀਤੀ ਆ। ਕਿਉਂਕਿ 10 ਸਾਲ ਲਵਾ ਕੇ ਉੱਤੇ ਕੰਡੀਸ਼ਨਾਂ ਇਹੋ ਜਿਹੀ ਲਾਈ ਆ ਰਿਪੋਰਟਾਂ ਦੀ, ਕੋਈ ਰਿਪੋਰਟ ਹੋ ਜਾਂਦੀ ਆ, ਕਿਉਂਕਿ ਅਕਸਰ ਹੀ ਬੱਸਾਂ ਦੇ ਵਿੱਚ ਸਵਾਰੀਆਂ ਜੇ 50 ਸੀਟਡ ਬੱਸ ਆ ਤੇ ਉਹ 'ਚ 100 120 ਸਵਾਰੀਆਂ ਹੁੰਦੀਆਂ, ਕਿਸੇ ਸਵਾਰੀ ਨੇ ਕੋਈ ਟਿਕਟ ਨਹੀਂ ਲਈ ਤੇ ਉਹਦੀ ਰਿਪੋਰਟ ਕਰਕੇ ਉਹਨੂੰ ਨੌਕਰੀ ਤੋਂ ਬਾਹਰ ਕੱਢਣ ਦਾ ਰਸਤਾ ਵਿਖਾਇਆ ਜਾਂਦਾ, ਉਹਦੀ ਅਪੀਲ ਦਲੀਲ ਨਾ ਸੁਣ ਕੇ ਉਹਨੂੰ ਦੁਬਾਰਾ ਮੌਕਾ ਨਹੀਂ ਦਿੱਤਾ ਜਾ ਰਿਹਾ, ਜੋ ਕਿ ਇੱਕ ਮਾਰੂ ਕੰਡੀਸ਼ਨ ਆ ਜਿਹਦਾ ਅਸੀਂ ਸਖਤ ਵਿਰੋਧ ਕਰਦੇ ਹਾਂ। ਕਿਉਂਕਿ ਹਰੇਕ ਮੁਲਾਜ਼ਮ ਨੇ, ਹਰੇਕ ਨੌਜਵਾਨ ਨੇ ਇੱਕ ਲਾਈਨ ਚੁਣੀ ਆ, ਉਹਦੇ 'ਚ ਨੌਕਰੀ ਕਰਦਾ ਆ ਰਿਹਾ, ਉਹਨੂੰ ਜੁਰਮਾਨਾ ਕਰਕੇ ਜਾਂ ਬਣਦੀ ਸਜ਼ਾ ਦੇ ਕੇ ਨੌਕਰੀ ਤੇ ਦੁਬਾਰਾ ਲੈਣਾ ਚਾਹੀਦਾ। ਇਹ ਨਹੀਂ ਕਿ ਉਹਨੂੰ ਨੌਕਰੀ ਤੋਂ ਬਾਹਰ ਦਾ ਰਸਤਾ ਵਿਖਾ ਕੇ ਉਹਦੇ ਪਰਿਵਾਰ ਦੇ ਤੇ ਉਹਦੇ ਜਿਹੜੀ ਨੌਕਰੀ ਦੇ ਉਹ ਰਸਤੇ ਬੰਦ ਕਰ ਦੇਣ, ਜਿਸ ਕਰਕੇ ਮਜਬੂਰ ਨੂੰ ਕਿਸੇ ਗਲਤ ਪਾਸੇ ਨੂੰ ਜੁਆਇਨ ਕਰ ਸਕਦਾ। ਠੀਕ ਆ, ਤੁਸੀਂ ਗੱਲ ਕਹੀ ਹੈ ਕਿ ਸਿਰਫ ਸਿੱਧਾ ਐਲੀਗੇਸ਼ਨ ਲੱਗਣ ਸਰ ਕੋਈ ਵੀ ਲਾਉਂਦਾ ਤਾਂ ਸਿੱਧਾ ਨੌਕਰੀ ਤੋਂ ਕੱਢ ਦਿੰਦਾ, ਫਰਕ ਕਰ ਦਿੱਤਾ ਜਾਂਦਾ। ਇਹਦਾ ਨਹੀਂ ਕਿਤੇ ਵੀ ਸਰਕਾਰ ਕਰਦੀ ਹੋਵੇ ਵੀ ਹੁਣ ਜਿਹੜਾ ਇਹਨਾਂ ਨੂੰ ਪੱਕੇ ਕਰਨਾ ਪੈਣਾ, ਇਹਨਾਂ ਨੂੰ ਚੰਗਾ ਵੀ ਕੋਈ ਨਾ ਕੋਈ ਬਹਾਨੇ ਲੱਭੀ ਚੱਲੋ ਤੇ ਬਾਹਰ ਦੇ ਰਸਤੇ ਦਿਖਾਈ ਜਾਓ। ਬਿਲਕੁਲ ਇਦਾਂ ਹੀ ਆ, ਸਰਕਾਰ ਤੇ ਜਦੋਂ ਬੋਝ ਬਣ ਜਾਂਦਾ, ਜਦੋਂ ਅਸੀਂ ਸਾਰੀਆਂ ਮੰਗਾਂ ਤੋਂ ਜਾਣੂ ਹੋ ਜਾਂਦੇ ਵੀ ਸਾਡੀ ਮੰਗ ਸਰਕਾਰ ਦੇ ਬਿਲਕੁਲ ਗਲੇ ਦੀ ਹੱਡੀ ਬਣ ਜਾਂਦੀ ਆ, ਫਿਰ ਉਹ ਇਸ ਰਸਤਾ ਤਿਆਰ ਕਰ ਲੈਂਦੇ ਆ ਵੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਬਾਹਰ ਕਰ ਦਿੱਤਾ ਜਾਵੇ। ਨਵੇਂ ਆਉਣਗੇ 10 ਸਾਲਾਂ ਨੂੰ ਟ੍ਰੇਨਡ ਹੋਣਗੇ, ਉਹਨੇ ਜਿਹਨੂੰ ਉਹਨਾਂ ਨਾਲ ਵੀ ਸ਼ੋਸ਼ਣ ਹੋ ਚੁੱਕਾ ਹੋਊਗਾ ਤੇ ਇਸ ਤਰੀਕੇ ਦੀ ਜਿਹੜੀ ਨੀਤੀ ਅਪਣਾਈ ਹੋਈ ਹੈ ਸਰਕਾਰ ਦੀ, ਅਸੀਂ ਉਹਦਾ ਵਿਰੋਧ ਕਰਦੇ ਹਾਂ। ਕਿਉਂਕਿ ਅਸੀਂ ਲੰਬੇ ਸਮੇਂ ਤੋਂ ਜਿਹੜੀ ਜਥੇਬੰਦੀ ਚਲਾ ਰਹੇ ਹਾਂ, ਭਗਤ ਸਿੰਘ ਦੀ ਸੋਚ ਮੁਤਾਬਕ ਅਸੀਂ ਚੱਲ ਰਹੇ ਸੀ ਤੇ ਸਰਕਾਰ ਨੇ ਬੜਾ ਦਾਅਵਾ ਕੀਤਾ ਸੀ ਕਿ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਤੇ ਅਸੀਂ ਭਗਤ ਸਿੰਘ ਦੀ ਸੋਚ ਮੁਤਾਬਕ ਪੰਜਾਬ 'ਚ ਲੋਕਾਂ ਨੂੰ ਬਣਦਾ ਇਨਸਾਫ ਦਿਵਾਵਾਂਗੇ, ਪਰ ਸਰਕਾਰ ਆਪਣੇ ਮੁੱਦਿਆਂ ਤੋਂ ਭੱਜ ਚੁੱਕੀ ਹੈ, ਜਿਸ ਕਰਕੇ ਉਹਨੂੰ ਯਾਦ ਕਰਾਉਣ ਵਾਸਤੇ ਵੀ ਭਗਤ ਸਿੰਘ ਦਾ ਨਾਅਰਾ ਸੀਗਾ ਇਨਕਲਾਬ ਜਿੰਦਾਬਾਦ, ਨਾਲ ਹੀ ਉਹਦਾ ਨਾਅਰਾ ਇਹ ਵੀ ਸੀ ਕਿ ਸਾਮਰਾਜਵਾਦ ਮੁਰਦਾਬਾਦ, ਵੀ ਕਾਰਪੋਰੇਟ ਘਰਾਣੇ ਮੁਰਦਾਬਾਦ ਆ। ਤੇ ਸਰਕਾਰ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਦੀਆਂ ਕਿਲੋਮੀਟਰ ਬੱਸਾਂ, ਕਾਰਪੋਰੇਟ ਘਰਾਣਿਆਂ ਰਾਹੀਂ ਭਰਤੀ ਆਊਟਸੋਰਸ ਤੇ ਉਹ ਸਿੱਧੇ ਤੌਰ ਤੇ ਉਹਨਾਂ ਨੂੰ ਮੁਨਾਫਾ ਦੇ ਰਹੀ ਆ। ਇਹ ਆਪਣੇ ਮੁੱਦੇ ਤੋਂ ਭੜਕ ਚੱਕੀ ਆ ਕਿ ਅਸੀਂ ਮੁੱਦੇ ਨੂੰ ਯਾਦ ਕਰਾਉਣ ਵਾਸਤੇ ਸਰਕਾਰ ਦੇ ਵਿਰੁੱਧ ਲਗਾਤਾਰ ਸੰਘਰਸ਼ ਕਰ ਰਹੇ ਹਾਂ। ਕਾਰਪੋਰੇਟ ਦੀ ਅਸੀਂ ਗੱਲ ਕੀਤੀ ਹੈ, ਪਿਛਲੀ ਸਰਕਾਰਾਂ ਵੀ ਕਹਿੰਦੀਆਂ ਆ ਰਹੀਆਂ ਸੀ ਕਿ ਪ੍ਰਾਈਵੇਟ ਬੱਸਾਂ ਜ਼ਿਆਦਾ ਮੁਨਾਫੇ 'ਚ ਨੇ, ਸਰਕਾਰੀ ਘੱਟ ਹੈ, ਸਰਕਾਰ ਨੂੰ ਜਿਹੜਾ ਮੁਨਾਫਾ ਦੇਣਾ ਪ੍ਰਾਈਵੇਟ ਨੂੰ ਬੰਦ ਕਰਨਾ। ਇਹਨਾਂ ਨੇ ਵੀ ਆਉਂਦੀ ਸਰ ਕਿਹਾ ਵੀ ਪ੍ਰਾਈਵੇਟ ਬੱਸਾਂ ਜਿਸ ਤਰੀਕੇ ਨਾਲ ਅਸੀਂ ਰਾਜਾ ਵੜਿੰਗ ਨੂੰ ਵੀ ਦੇਖਿਆ ਸੀ ਕਾਰਵਾਈ ਕਰਦੇ, ਬਾਦਲਾਂ ਦੀ ਬੱਸਾਂ ਤੇ ਇਹਨਾਂ ਨੂੰ ਵੀ ਕਾਰਵਾਈ ਕਰਦੇ ਦੇਖਿਆ ਗਿਆ, ਬੱਸਾਂ 'ਤੇ ਕਾਰਵਾਈ ਹੁੰਦੀ ਹੈ ਤੇ ਸਰਕਾਰੀ ਨੂੰ ਉਤਸ਼ਾਹਿਤ ਕਰਦੇ ਦੇਖਿਆ ਗਿਆ। ਸੱਚਮੁੱਚ ਇਹ ਜਿਹਾ ਕੁਝ ਹੈ ਜਾਂ ਸਿਰਫ ਇਹਨੂੰ ਦਿਖਾਇਆ ਜਾਂਦਾ? ਬਿਲਕੁਲ ਇਹ ਸੋਸ਼ਲ ਮੀਡੀਆ ਤੇ ਵਿਖਾਇਆ ਜਾਂਦਾ, ਬਿਲਕੁਲ ਹਕੀਕਤ ਦੇ ਵਿੱਚ ਨਹੀਂਗਾ। ਲਗਭਗ ਜਦੋਂ ਦੀ ਸਰਕਾਰ ਆਈ ਆ ਅਸੀਂ ਵਾਰ-ਵਾਰ ਮੰਗ ਪੱਤਰ ਨੋਟਿਸਾਂ 'ਚ ਪਾ ਕੇ ਦਿੰਦੇ ਆ ਵੀ ਟਰਾਂਸਪੋਰਟ ਮਾਫੀਆ ਬੰਦ ਕੀਤਾ ਜਾਵੇ, ਕਿਉਂਕਿ 60-40 ਦੀ ਰੇਸ਼ੋ ਸੀ ਪਿੱਛੇ। ਇਹ 60-40 ਦੇ ਹਿਸਾਬ ਨਾਲ 6000 ਰੋਡਵੇਜ PRTC ਦੀ ਬੱਸ ਚਾਹੀਦੀ ਆ, 4000 ਪ੍ਰਾਈਵੇਟ ਚਾਹੀਦੀ ਆ, ਆਬਾਦੀ ਦੇ ਹਿਸਾਬ ਨਾਲ 10000 ਪਲੱਸ ਬੱਸਾਂ ਚਾਹੀਦੀਆਂ। ਪਰ ਅੱਜ ਪ੍ਰਾਈਵੇਟਾਂ ਕੋਲ 7000 ਬੱਸਾਂ ਤੇ ਸਰਕਾਰ ਦੇ ਕੋਲ 2500 2700 ਬੱਸਾਂ। ਉਹਦੇ 'ਚ ਫ੍ਰੀ ਕੈਟਾਗਰੀਆਂ ਵੇਖ ਲਓ ਕਿ ਤੁਸੀਂ 3 ਕਰੋੜ ਦੀ ਆਬਾਦੀ ਆ, ਜਿਹਦੇ 'ਚੋਂ 1.5 ਕਰੋੜ ਔਰਤਾਂ ਹੀ ਸਿੱਧੀਆਂ ਫ੍ਰੀ ਨੇ। ਉਸ ਤੋਂ ਬਾਅਦ ਜਿਹੜੀਆਂ ਹੋਰ ਕੈਟਾਗਰੀਆਂ ਕਰਕੇ ਫ੍ਰੀ ਕਰਕੇ ਉਹ ਸਫ਼ਰ ਸਹੂਲਤ ਦੇ ਰਹੇ ਆ, ਵਿਭਾਗ ਮੁਨਾਫੇ ਦੇ ਵਿੱਚ ਆ, ਪਰ ਜਿਹੜਾ ਔਰਤਾਂ ਦਾ ਪੈਸਾ ਇਹ ਵਿਭਾਗਾਂ ਨੂੰ ਨਾ ਰਿਲੀਜ਼ ਕਰਕੇ ਕਿਤੇ ਨਾ ਕਿਤੇ ਵਿਭਾਗਾਂ ਨੂੰ ਘਾਟੇ 'ਚ ਵਿਖਾ ਕੇ ਬੰਦ ਕਰਨ ਵਾਲੇ ਪਾਸੇ ਜਾਂ ਨਿੱਜੀ ਕਰਨ ਵਾਲੇ ਪਾਸੇ ਜਾ ਰਹੇ ਆ, ਜਿਸ ਦਾ ਵੱਡਾ ਜਿਹੜਾ ਖਮਿਆਜਾ ਸਰਕਾਰ ਨੂੰ ਭੁਗਤਣਾ ਪੈ ਸਕਦਾ ਆਉਣ ਵਾਲੇ ਸਮੇਂ 'ਚ। ਕਿਉਂਕਿ ਇਹ ਟਰਾਂਸਪੋਰਟ ਬੰਦ ਹੋ ਜੂਗੀ, ਨੌਜਵਾਨਾਂ ਨੂੰ ਰੁਜ਼ਗਾਰ ਕਿੱਥੇ ਮਿਲੂਗਾ, ਨੌਜਵਾਨਾਂ ਨੂੰ ਸਹੂਲਤ ਕਿੱਥੇ ਮਿਲੂਗੀ, ਸਾਡੇ ਜਿਹੜੇ ਪੰਜਾਬ ਵਾਸੀ ਨੇ ਉਹਨਾਂ ਨੂੰ ਸਹੂਲਤਾਂ ਦਾ ਬੜਾ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ। ਜਿਹੜੀ ਗੱਲ ਕੀਤੀ ਹੈ, ਪਰ ਪ੍ਰਾਈਵੇਟ ਵਾਲੇ ਵੀ ਜਿਹੜੇ ਪਿੱਟਦੇ ਨੇ ਉਹ ਵੀ ਕਹਿੰਦੇ ਨੇ ਕਿ ਅਸੀਂ ਟੈਸਟ ਕਰਾਂਗੇ, ਸਰਕਾਰ ਦਾ ਅਸੀਂ ਵੀ ਘਾਟੇ ਚੱਲਦੇ ਪਏ, ਫਿਰ ਵੱਧਦੇ ਜੇ ਕੌਣ ਆ? ਹਰ ਕੋਈ ਘਾਟੇ ਚ। ਬਿਲਕੁਲ ਮਾਫੀਆ ਇੰਨਾ ਕੁ ਵੱਧ ਗਿਆ। ਪ੍ਰਾਈਵੇਟ ਬੱਸ ਬਿਲਕੁਲ ਕਾਰਪੋਰੇਟ ਘਰਾਣਿਆਂ ਦੀ ਬਣ ਚੁੱਕੀ ਆ। ਪ੍ਰਾਈਵੇਟ ਬੱਸਾਂ ਦਾ ਰੂਲ ਸੀਗਾ ਸਰਕਾਰ ਦਾ ਵੀ ਜਿਹੜੇ ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲਦਾ ਜਾਂ ਓਵਰੇਜ ਹੋ ਗਿਆ ਉਹਨੂੰ ਬੱਸ ਪਰਮਿਟ ਦੇਣਾ, ਪਰ ਅੱਜ ਕਾਰਪੋਰੇਟ ਘਰਾਣਿਆਂ ਕੋਲ, ਵੱਡੇ ਵੱਡੇ ਧਨਾਟਾਂ ਦੇ ਕੋਲ, ਮੰਤਰੀਆਂ ਸੰਤਰੀਆਂ ਦੇ ਕੋਲ 100 150 ਬੱਸਾਂ ਨੇ ਜਿਹੜੀਆਂ ਉਹ ਆਪਣਾ ਇੱਕ ਬਿਜ਼ਨਸ ਬਣਾ ਕੇ ਚਲਾ ਰਹੇ ਨੇ। ਉਸ ਦਰਅਸਲ ਬੰਦ ਕਰਕੇ ਤੇ ਸਰਕਾਰ ਨੂੰ ਆਪਣੀਆਂ ਬੱਸਾਂ ਪਾਉਣੀਆਂ ਚਾਹੀਦੀਆਂ ਤੇ ਨੌਜਵਾਨ ਨੂੰ ਰੁਜ਼ਗਾਰ ਦੇਣਾ ਚਾਹੀਦਾ। ਜੇਕਰ 10-12000 ਬੱਸਾਂ ਸਰਕਾਰੀ ਹੁੰਦੀਆਂ ਤੇ ਅੱਜ ਲਗਭਗ 1 ਲੱਖ ਨੌਕਰੀ ਦਾ ਰੁਜ਼ਗਾਰ ਇਕੱਲਾ PRTC ਪਨਬੱਸ ਰੋਡਵੇਜ਼ ਦੇ ਵਿੱਚ ਪੈਦਾ ਹੋ ਸਕਦਾ। ਸੋ ਸਰਕਾਰ ਇਸ ਵਿਭਾਗ
ਵਿਭਾਗ ਨੂੰ ਚਲਾਉਣ ਲਈ ਸੰਜੀਦਾ ਹੋਵੇ ਤੇ ਇਹ ਮੁਨਾਫਾ ਜਿਹੜੇ ਪ੍ਰਾਈਵੇਟ ਵਾਲੇ ਲੈ ਰਹੇ ਸੀ ਪਿਛਲੇ ਸਮੇਂ ਤੋਂ ਇਹ ਸਰਕਾਰ ਵੀ ਲੈ ਸਕਦੀ ਹੈ। ਠੀਕ ਹੈ, ਤੁਸੀਂ ਇੱਕ ਗੱਲ ਕਹੀ ਹੈ ਕਿ ਸਰਕਾਰ ਕਹਿੰਦੀ ਹੈ ਕਿ 10-10 ਸਾਲ ਜਿਹੜਾ ਹਵਾਲਾ ਦਿੰਦੀ ਹੈ ਜਿਹੜੇ ਕੇਸ ਦਾ ਵੀ 10-10 ਸਾਲ ਤੱਕ ਪੱਕੇ ਕਰਨ ਦੀ ਗੱਲ ਕਰ ਰਹੀ ਆ, ਪਰ ਉੱਥੇ ਜੇ ਦੂਜੇ ਵਿਭਾਗਾਂ ਦੀ ਗੱਲ ਕੀਤੀ ਜਾਵੇ, ਚਾਹੇ ਉਹ ਐਜੂਕੇਸ਼ਨ ਦਾ ਲਾ ਲਓ, ਚਾਹੇ ਉਹ ਹੈਲਥ ਦਾ ਲਾ ਲਓ, ਚਾਹੇ ਉਹ ਬਿਜਲੀ ਦਾ ਲਾ ਲਓ, ਉਹ ਜੋ 3-3 ਸਾਲ ਵਾਲੇ ਪੱਕੇ ਹੋਏ ਨੇ, ਫਿਰ ਤੁਸੀਂ ਇਹਦਾ ਹਵਾਲਾ ਨਹੀਂ ਦਿੱਤਾ। ਬਿਲਕੁਲ ਅਸੀਂ ਜਿਹੜੇ ਸਿੱਖਿਆ ਵਿਭਾਗ 'ਚ ਸਿਹਤ ਵਿਭਾਗ 'ਚ ਰੈਗੂਲਰ ਕੀਤੇ ਆ 3 ਸਾਲਾਂ ਵਾਲੇ 5-7 ਇਹ ਸਾਰੇ ਅਸੀਂ ਫਾਈਲਾਂ ਬਣਾ ਕੇ ਦੇ ਚੁੱਕੇ ਹਾਂ ਵੀ ਇਹ ਵਿਭਾਗਾਂ 'ਚ ਕੀਤੇ ਆ। ਸਾਡੇ ਮੁਲਾਜ਼ਮ ਵੀ ਕੀਤੇ ਜਾਣ ਕਿਉਂਕਿ 7-8 ਸਾਲਾਂ ਤੋਂ ਸਾਡੇ ਮੁਲਾਜ਼ਮ ਕੰਟਰੈਕਟ ਤੇ ਡਿਊਟੀ ਕਰਦੇ ਆ, 15-15 ਸਾਲਾਂ ਤੋਂ ਆਊਟਸੋਰਸ ਤੇ ਡਿਊਟੀ ਕਰਦੇ ਆ, ਉਹਨਾਂ ਨੂੰ ਰੈਗੂਲਰ ਕੀਤਾ ਜਾ ਸਕਦਾ। ਪਰ ਇਹ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਇਗਨੋਰ ਕਰਕੇ ਓਮਾ ਦੇਵੀ ਦੀ ਜੱਜਮੈਂਟ ਦਾ ਬਹਾਨਾ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸਰਕਾਰ ਦੀ ਮਨਸ਼ਾ ਇਸ ਵਿਭਾਗ ਨੂੰ ਚਲਾਉਣ ਦੀ ਜਾਂ ਮੁਲਾਜ਼ਮਾਂ ਨੂੰ ਕੁਝ ਦੇਣ ਦੀ ਰੈਗੂਲਰ ਕਰਨ ਦੀ ਨਹੀਂ ਲੱਗਦੀ, ਜਿਸ ਕਰਕੇ ਸਾਨੂੰ ਮਜਬੂਰਨ ਸੰਘਰਸ਼ਾਂ ਦੇ ਰਾਹ ਤੇ ਆਉਣਾ ਪੈਂਦਾ। ਠੀਕ ਆ, ਤੁਸੀਂ ਰੈਗੂਲਰ ਦੀ ਗੱਲ ਕੀਤੀ ਹੈ, ਰੈਗੂਲਰ ਦੀ ਮੰਗ ਵੀ ਤੁਸੀਂ ਇਹਨਾਂ ਨੂੰ ਦੇਤੀ ਹੈ ਤੇ ਇਸ ਤੋਂ ਇਲਾਵਾ ਤੁਸੀਂ ਇਹਨਾਂ ਨੂੰ ਜਿਹੜਾ ਹੋਰ ਡਿਟੇਲ ਵੀ ਦੇ ਰਹੇ ਹੋ। ਹੋਰ ਕੀ ਹੈ ਜਿਹੜੀ ਮੁੱਖ ਮੰਗ ਸੀ ਜਿਸ ਤੇ ਥੋੜਾ ਜਿਹਾ ਜਿਹੜਾ ਮੰਤਰੀ ਸਾਹਿਬ ਨੇ ਅੜੀ ਕੀਤੀ ਹੈ ਜਾਂ ਫਿਰ ਈਜ਼ੀਲੀ ਮੰਗੀ ਨਹੀਂ ਸਰ? ਮੰਤਰੀ ਸਾਹਿਬ ਤੇ ਇਹ ਬਹਾਨਾ ਲਾਉਂਦੇ ਹਰ ਵਾਰੀ ਕਿ ਤੁਹਾਡੀ ਫਾਈਲ ਭੇਜੀ ਹੋਈ ਆ ਸਬ ਕਮੇਟੀ ਦਾ, ਸਰਕਾਰ ਦਾ ਜੋ ਫੈਸਲਾ ਹੋਊਗਾ, ਪਰ ਸਰਕਾਰ ਸਾਡੇ ਮੰਤਰੀ ਸਾਹਿਬ ਤੇ ਸੈਕਟਰੀ ਸਾਹਿਬ ਨੇ ਉਹਨਾਂ ਨੇ ਫੈਸਲਾ ਲੈਣਾ। ਜਿਵੇਂ ਦੂਜੀਆਂ ਵਿਭਾਗਾਂ ਦੇ ਵਿੱਚ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਫੈਸਲੇ ਆ ਰਹੇ ਨੇ, ਉਸੇ ਤਰੀਕੇ ਨਾਲ ਇਹ ਸਰਕਾਰ ਵੀ ਫੈਸਲੇ ਲਵੇ ਤੇ ਆਟੋਮੈਟਿਕ ਮੁਲਾਜ਼ਮਾਂ ਨੂੰ ਬਣਦਾ ਹੱਕ ਮਿਲੂਗਾ ਤੇ ਕਦੀ ਵੀ ਇਹ ਸੰਘਰਸ਼ ਮੁਜ਼ਾਹਰੇ ਤੇ ਨਹੀਂ ਆਉਣਗੇ। ਕਿਉਂਕਿ ਨਾਲ ਦੀ ਸਟੇਟ ਹਰਿਆਣਾ, ਉਹਨਾਂ ਨੇ ਆਊਟਸੋਰਸ ਦੀ ਪਾਲਿਸੀ ਖਤਮ ਕਰਕੇ ਸਾਰੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਲੈ ਲਿਆ, ਉਹਨਾਂ ਦੀ ਲੜਾਈ ਖਤਮ ਕਰਤੀ। ਇਸ ਚੀਜ਼ ਦੇ ਜਿਹੜੇ ਸੰਘਰਸ਼ ਮੁਜ਼ਾਹਰੇ ਆ ਉਹਨਾਂ ਦੀ ਮੰਗ ਇੱਕ ਹੋ ਗਈ ਆ। ਸੋ ਸਰਕਾਰ ਜਾਣ ਬੁੱਝ ਕੇ ਉਲਝਾ ਕੇ ਕਿਸੇ ਨੂੰ ਆਊਟਸੋਰਸ ਤੇ, ਕਿਸੇ ਨੂੰ ਕੰਟਰੈਕਟ ਤੇ, ਕਿਸੇ ਨੂੰ ਰੈਗੂਲਰ, ਕਿਸੇ ਨੂੰ ਕਿਸੇ ਪਾਲਿਸੀਆਂ 'ਚ ਵੜ ਕੇ ਤੇ ਆਟੋਮੈਟਿਕ ਲੋਕਾਂ ਦੇ ਕੋਲੋਂ ਇਸ ਸੰਘਰਸ਼ ਦੇ ਰਾਹ ਤੇ ਪਾ ਕੇ ਤੇ ਲੋਕਾਂ ਦੇ ਨਾਲ ਸ਼ੋਸ਼ਣ ਕਰ ਰਹੀ ਆ ਨੌਜਵਾਨਾਂ ਨਾਲ, ਜਿਸ ਦਾ ਅਸੀਂ ਸਿੱਧੇ ਆਮ ਜਿਹੜਾ ਪਿਛਲੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਵੀ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਆਪਣਾ ਸੰਘਰਸ਼ ਜਾਰੀ ਰੱਖਾਂਗੇ ਮੰਗਾਂ ਮਨਾਉਣ ਤੱਕ। ਠੀਕ ਆ, ਤੁਸੀਂ ਮੰਗਾਂ ਦੀ ਗੱਲ ਕੀਤੀ ਜਦ ਹੁਣ ਤੁਸੀਂ 3 ਦਿਨ ਦੇ ਸੰਘਰਸ਼ ਦੇ ਲਈ ਐਲਾਨ ਕੀਤਾ ਸੀ, ਐਲਾਨ ਤੋਂ ਬਾਅਦ ਦੀ ਮੀਟਿੰਗ ਰੱਖੀ ਗਈ ਮੰਤਰੀ ਸਾਹਿਬ ਨੇ ਕਿ ਉਸ ਤੋਂ ਪਹਿਲਾਂ ਐਲਾਨ ਕਰ ਚੁੱਕੇ? 21 ਤਰੀਕ ਨੂੰ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ, ਉਹਦੇ 'ਚ ਸਾਨੂੰ ਮੰਗਾਂ ਦਾ ਭਰੋਸਾ ਦਿੱਤਾ ਸੀ। ਜਿਹੜੇ ਸਾਡੇ ਵਿਭਾਗ ਲੈਵਲ ਦੀਆਂ ਮੰਗਾਂ ਨੇ ਉਹ ਕਿਉਂਕਿ 2 ਦਿਨ ਹੀ ਵਰਕਿੰਗ ਡੇ ਸੀਗਾ, ਉਸ ਤੋਂ ਬਾਅਦ ਲਗਾਤਾਰ ਛੁੱਟੀਆਂ ਆ ਗਈਆਂ, ਸੋ ਵਿਭਾਗ ਨਾਲ ਲਗਾਤਾਰ ਸਾਡਾ ਰਾਬਤਾ ਕਾਇਮ ਸੀਗਾ। ਹੁਣ ਵੀ ਫੋਨ ਆ ਰਿਹਾ ਸੀ, ਉਹ ਕਹਿੰਦੇ ਵੀ ਤੁਹਾਡਾ ਜਿਹੜਾ ਪ੍ਰੋਸੈਸ ਅਧੀਨ ਆ, ਜਲਦੀ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਪੂਰੀਆਂ ਕਰ ਦਾਂਗੇ ਤੇ ਤੁਸੀਂ ਇਸ ਚੀਜ਼ ਨੂੰ ਥੋੜਾ ਸਮਾਂ ਦਿਓ ਸਾਨੂੰ। ਸੋ ਸਮਾਂ ਦਿੰਦੇ ਹੋਏ ਅਸੀਂ ਜਿਹੜੇ ਪ੍ਰੋਗਰਾਮ ਆ ਪੋਸਟਪੋਨ ਕਰਕੇ ਹੜਤਾਲ ਨੂੰ ਤੇ ਅਗਲਾ ਜਿਹੜਾ ਐਕਸ਼ਨ ਆ ਉਹ ਵੀ ਨਾਲ ਹੀ ਅਸੀਂ ਮੀਡੀਆ ਰਾਹੀਂ ਦੇ ਦਿੱਤਾ ਕਿ ਜੇਕਰ ਸਰਕਾਰ ਕੋਈ ਵਧਵਾ ਐਕਸ਼ਨ ਲੈ ਕੇ ਆਉਂਦੀ ਆ, ਭਰਤੀ ਲੈ ਕੇ ਆਉਂਦੀ ਆ, ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆਉਂਦੀ ਆ ਤੇ ਤੁਰੰਤ ਅਸੀਂ ਉੱਤੇ ਬੰਦ ਕਰਕੇ ਤੇ ਵੱਡੇ ਰੋਸ ਪ੍ਰਦਰਸ਼ਨ ਕਰਾਂਗੇ। ਠੀਕ ਹੈ, ਤੁਸੀਂ ਰੋਸ ਪ੍ਰਦਰਸ਼ਨ ਨੂੰ ਕਰਨ ਤਿਆਰ ਆ। ਜਿਸ ਤਰੀਕੇ ਨਾਲ ਤੁਸੀਂ ਅੱਜ ਜਿਹੜਾ ਕਾਲ ਦਿੱਤੀ ਪ੍ਰੈਸ ਕਾਨਫਰੰਸ ਦੀ, ਉਸ ਤੋਂ ਬਾਅਦ ਲਗਾਤਾਰ ਤੁਹਾਡੇ ਨਾਲ ਜਿਹੜਾ ਸੰਪਰਕ ਵੀ ਤੁਹਾਡੇ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ। ਜੇ ਕਹਿ ਸਕਦੇ ਹਾਂ ਕਿ ਦਬਾਅ ਬਣਾਉਣ ਦੀ ਕੋਸ਼ਿਸ਼ਾਂ ਪੂਰੀਆਂ ਤਰ੍ਹਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਤੁਸੀਂ ਹੁਣ ਕੋਈ ਅਗਲਾ ਕਦਮ ਨਾ ਚੱਕ ਪਾਓ। ਬਿਲਕੁਲ, ਮੈਨੇਜਮੈਂਟ ਵੱਲੋਂ, ਸਰਕਾਰ ਵੱਲੋਂ ਤੇ ਲਗਾਤਾਰ ਹੀ ਮੁਲਾਜ਼ਮ ਨੌਜਵਾਨਾਂ ਨੂੰ ਦਬਾਇਆ ਜਾਂਦਾ, ਪਰ ਇਹ ਮੁਲਾਜ਼ਮ ਨੌਜਵਾਨ ਜਿਹੜੇ ਆਪਣੇ ਹੱਕਾਂ ਲਈ ਪਿਛਲੇ ਲੰਬੇ ਸਮੇਂ ਤੋਂ ਲੜਦੇ ਆ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਪਤਾ ਕਿ ਇਹ ਲੜ ਕੇ ਸੰਘਰਸ਼ ਜਿੱਤੇ ਜਾ ਸਕਦੇ ਆ, ਕਿਉਂਕਿ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਮੁਲਾਜ਼ਮਾਂ ਦੇ, ਨੌਜਵਾਨਾਂ ਦੇ ਹੱਕ 'ਚ ਨਹੀਂ ਗੀਆਂ, ਉਲਟਾ ਰੁਜ਼ਗਾਰ ਖੋਹਣ ਵਾਲੇ ਪਾਸੇ ਨੂੰ ਜਾ ਰਹੀਆਂ ਨੇ, ਜਿਸ ਕਰਕੇ ਇਹਨਾਂ ਨੂੰ ਮੋੜਾ ਦੇਣ ਵਾਸਤੇ ਸੰਘਰਸ਼ ਜ਼ਰੂਰੀ ਆ। ਮੈਂ ਅਪੀਲ ਵੀ ਕਰਦਾ ਤੁਹਾਡੇ ਚੈਨਲ ਜ਼ਰੀਏ ਵੀ ਨੌਜਵਾਨਾਂ ਨੂੰ, ਹੋਰ ਕਿਸਾਨ ਮਜ਼ਦੂਰਾਂ ਨੂੰ ਵੀ ਸੰਘਰਸ਼ ਦੇ ਰਾਹ ਤੇ ਆਓ। ਸੰਘਰਸ਼ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਵੱਡੇ ਸੰਘਰਸ਼ਾਂ ਨਾਲ ਸਰਕਾਰ ਨੂੰ ਝੁਕਾ ਕੇ ਤੇ ਆਪਣੀਆਂ ਮੰਗਾਂ ਮਨਵਾ ਸਕਦੇ। ਵੱਡੇ ਸੰਘਰਸ਼ ਗੱਲ ਕੀਤੀ ਆ, ਹੁਣ ਇਸ ਸਮੇਂ ਪੰਜਾਬ ਦੀ ਉਹ ਗੱਲ ਕਰਿਆ ਤਾਂ ਤੁਹਾਡੇ 2 ਵੱਖ-ਵੱਖ ਜਥੇਬੰਦੀਆਂ ਕੰਮ ਕਰਦੀਆਂ, ਫਿਰ ਇੱਕ ਹੋ ਕੇ ਕਿਉਂ ਨਹੀਂ ਤੁਸੀਂ ਲੜਦੇ ਹੈਗੇ? ਬਿਲਕੁਲ, ਸਾਡੇ ਵਿਭਾਗ ਦੇ ਵਿੱਚ ਲੜਨ ਵਾਲੀ ਜਥੇਬੰਦੀ ਅਸੀਂ ਪਨਬਸ PRTC ਕੰਟਰੈਕਟ ਵਰਕਰ ਜਥੇਬੰਦੀ ਵੱਲੋਂ ਸੰਘਰਸ਼ ਲੜ ਰਹੇ ਹਾਂ ਪਿਛਲੇ ਸਮੇਂ ਤੋਂ। ਸੋ ਜਥੇਬੰਦੀਆਂ ਹੁੰਦੀਆਂ ਨੇ ਵੱਖ-ਵੱਖ ਆਪਣੇ ਮਕਸਦ ਦੇ ਨਾਲ ਬਣਾਈਆਂ ਹੁੰਦੀਆਂ, ਜਿਵੇਂ ਸਾਡੇ 'ਚ ਰੈਗੂਲਰ ਜਥੇਬੰਦੀਆਂ ਵੀ ਬਹੁਤ ਨੇ ਪੁਰਾਣੇ ਸਮੇਂ ਤੋਂ ਚੱਲਦੀਆਂ ਆ ਰਹੀਆਂ, ਪਰ ਜਿਹੜੀ ਅੱਜ ਮੰਗ ਨੂੰ ਲੈ ਕੇ ਪਨਬਸ PRTC ਕੰਟਰੈਕਟ ਵਰਕਰ ਜਥੇਬੰਦੀ ਸੰਘਰਸ਼ ਲੜ ਰਹੀ ਆ, ਉਹ ਲਗਾਤਾਰ ਆਪਣੇ ਹੱਕੀ ਤੇ ਜਾਇਜ਼ ਮੰਗਾਂ ਲਈ ਲੜ ਰਹੀ ਆ। ਉਹਦਾ ਬੈਨੀਫਿਟ ਉਹ ਸਾਰੇ ਮੁਲਾਜ਼ਮ ਲੈ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਜਿਹੜੇ ਨੌਜਵਾਨਾਂ ਨੇ ਰੁਜ਼ਗਾਰ ਲੈਣਾ ਉਹਨਾਂ ਵਾਸਤੇ ਵੀ ਅਸੀਂ ਰਾਹ ਪੱਧਰਾ ਕਰ ਰਹੇ ਹਾਂ ਕਿ ਸਾਡੇ ਮੁਲਾਜ਼ਮਾਂ ਨੂੰ, ਨੌਜਵਾਨਾਂ ਨੂੰ ਇਹੋ ਜਿਹੇ ਸ਼ੋਸ਼ਣ ਦਾ ਸਾਹਮਣਾ ਨਾ ਕਰਨਾ ਪਵੇ। ਨਾਲ ਹੀ ਸਾਡੇ ਵਿਭਾਗ ਦਾ ਜਿਹੜਾ ਨਿੱਜੀਕਰਨ ਲੈ ਕੇ ਆਉਂਦੀਆਂ ਸਰਕਾਰਾਂ, ਉਹਦੀ ਰੋਕਥਾਮ ਲਈ ਲੜਦੇ ਹੁੰਦੇ ਆ। ਸੋ ਜਿਹੜੇ ਸੰਘਰਸ਼ ਲੜਦੇ ਉਹਨਾਂ ਦੇ ਨਾਲ ਹਮੇਸ਼ਾ ਹੁਣ ਕੀ ਅਗਲਾ ਫਿਰ ਐਕਸ਼ਨ ਰਹੇਗਾ? ਜੇ ਚਲੋ ਤੁਸੀਂ ਪੋਸਟਪੋਨ ਕਰ ਲਿਆ ਕੁਝ ਸਮੇਂ ਲਈ ਤੇ ਜਿਹੜਾ ਆਉਣ ਵਾਲੇ ਸਮੇਂ 'ਚ ਨਹੀਂ ਪ੍ਰੋਟੈਸਟ ਹੋਗਾ, ਫਿਰ ਹੁਣ ਕੀ ਅਗਲਾ ਐਕਸ਼ਨ ਰਹੇਗਾ ਜੇਕਰ ਸਰਕਾਰ 1 ਵੀਕ ਦਾ ਸਮੇਂ ਦੇ ਅੰਦਰ ਨਹੀਂ ਕਾਰਵਾਈ? ਸਾਡੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਉਹਨਾਂ ਦੱਸਿਆ ਪ੍ਰੋਸੈਸ ਦੇ ਅਧੀਨ ਆ, ਸੋ ਉਹਦੇ ਵਾਸਤੇ ਸਮਾਂ ਦਿੱਤਾ ਵਾ। ਜੇਕਰ ਉਸ ਤੋਂ ਇਲਾਵਾ ਜੇ ਕੋਈ ਵਧਵਾ ਐਕਸ਼ਨ ਲੈ ਕੇ ਆਉਂਦੇ ਆ ਤੇ ਤੁਰੰਤ ਅਸੀਂ ਰੋਡ ਬੰਦ ਕਰਕੇ ਜਾਂ ਹੋਰ ਡਿਪੂ ਬੰਦ ਕਰਕੇ ਤੇ ਵੱਡੇ ਰੋਸ ਪ੍ਰਦਰਸ਼ਨ ਕਰਾਂਗੇ। ਆਪਣੀਆਂ ਮੰਗਾਂ ਮਨਵਾਉਣ ਤੱਕ ਜਿਹੜਾ ਸੰਘਰਸ਼ ਆ ਉਹ ਜਾਰੀ ਰੱਖਾਂਗੇ। ਮਤਲਬ ਇਹ ਸੰਘਰਸ਼ ਜਿਹੜਾ ਹੁਣ 3 ਪੋਸਟਪੋਨ ਹੋ ਜਾਣਗੇ, ਅੱਗੇ ਵਧਾ ਦਿੱਤਾ ਗਿਆ, ਨਾ ਕਿ ਕੈਂਸਲ ਕੀਤਾ? ਨਾ ਕਿ ਕੈਂਸਲ ਕੀਤਾ ਗਿਆ, ਪੋਸਟਪੋਨ ਕੀਤਾ ਗਿਆ। ਇਹਨੂੰ ਕਿਸੇ ਸਮੇਂ ਵੀ ਅਸੀਂ ਇਹਨੂੰ ਸੰਘਰਸ਼ ਦੇ ਰੂਪ ਵਿੱਚ ਲਿਆ ਕੇ ਤੇ ਆਪਣੀਆਂ ਮੰਗਾਂ ਮਨਵਾਵਾਂਗੇ। ਬਹੁਤ ਬਹੁਤ ਧੰਨਵਾਦ। ਧੰਨਵਾਦ।
ਸੋ ਇਹ ਸਨ ਸਾਡੇ ਨਾਲ ਪਨਬਸ ਪੀਆਰਟੀਸੀ ਦੇ ਜਿਹੜੇ ਕੰਟਰੈਕਟ ਵਰਕਰ ਨੇ ਉਹਨਾਂ ਯੂਨੀਅਨ ਦੇ ਜਨਰਲ ਸਕੱਤਰ, ਜਿਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ 3 ਦਿਨ ਦੀ ਜਿਹੜੀ 27 28 29 ਨੂੰ ਜਿਹੜੀ ਹੜਤਾਲ ਗਿਰਨੀ ਸੀ ਉਹ ਹੜਤਾਲ ਨੂੰ ਹੁਣ ਕੈਂਸਲ ਕਰ ਦਿੱਤਾ ਗਿਆ। ਹੜਤਾਲ ਨਹੀਂ ਹੋਵੇਗੀ, ਉਹਨੂੰ ਪੋਸਟਪੋਨ ਕੀਤਾ ਗਿਆ। ਸਰਕਾਰ ਨੇ ਕੁਝ ਸਮਾਂ ਮੰਗਿਆ ਹੈ ਤੇ ਉਸ ਸਮੇਂ ਤੋਂ ਬਾਅਦ ਫਿਰ ਐਕਸ਼ਨ ਜਿਹੜਾ ਉਹ ਲਿੱਤਾ ਜਾਵੇਗਾ। ਫਿਰ ਅਸੀਂ ਸੰਘਰਸ਼ ਤਿੱਖਾ ਕਰਾਂਗੇ ਜੇਕਰ ਸਾਡੀਆਂ ਬੇਸਿਕ ਮੰਗਾਂ ਨੇ ਜਾਂ ਪੱਕੇ ਹੋਣ ਦੀ ਮੰਗਾਂ ਨੇ, ਜਿਹੜੀਆਂ ਹੋਰ ਕੁਝ ਮੰਗਾਂ ਨੇ ਜਿਵੇਂ ਇਹਨਾਂ ਨੇ ਦੱਸਿਆ, ਉਹ ਮੰਗਾਂ ਦੇ ਉੱਤੇ ਜਿਹੜਾ ਜੇ ਸਰਕਾਰ ਸਹੀ ਪੈਰਾ ਨਹੀਂ ਦਿੰਦੀ ਤਾਂ ਫਿਰ ਸਾਡੇ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਹਾਲਾਂਕਿ ਲੰਬੇ ਸਮੇਂ ਤੋਂ ਇਹ ਸੰਘਰਸ਼ ਕਰ ਰਹੇ ਨੇ ਤਾਂ ਫਿਰ ਵੀ ਕੁਝ ਵੀ ਹੁੰਦਾ ਨਜ਼ਰ ਨਹੀਂ ਆ ਰਿਹਾ ਹੈਗਾ। ਸੋ ਤੁਸੀਂ ਦੇਖ ਰਹੇ ਟੀਵੀ ਪੰਜਾਬ, ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਆਸ਼ਕ।